ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਸਭ ਵਡਭਾਗੀ ਹੋ ਜੋ ਕਿ ਨਿਤਾ ਪ੍ਰਤੀ ਦੀ ਤਰ੍ਹਾਂ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਨੂੰ ਸਰਵਣ ਕਰਦੇ ਹੋ। ਅੱਜ ਦਾਸ ਨੂੰ ਹੁਕਮ ਹੋਇਆ ਹੈ ਕਿ ਆਪ ਜੀ ਦੇ ਨਾਲ ਅਬ ਹਮ ਚਲੀ ਠਾਕੁਰ ਪੈ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ ਦੇ ਵਿਸ਼ੇ ਦੇ ਉੱਤੇ ਕੁਝ ਕੁ ਵਿਚਾਰਾਂ ਸਾਂਝੀਆਂ ਜਾਣ। ਸੋ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਮੇਰੇ ਇੱਕੋ ਵਾਰ ਕਹਿਣ 'ਤੇ ਸਾਰੀ ਸੰਗਤ ਗੱਜ ਵੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਗਾਂ ਵਾਲਿਓ, ਜਦੋਂ ਅਸੀਂ ਸੰਸਾਰ ਦੇ ਉੱਤੇ ਜ਼ਿੰਦਗੀ ਜਿਉਂਦੇ ਹਾਂ ਤੇ ਸਾਨੂੰ ਇਹ ਗੱਲ ਭਲੀ ਭਾਂਤੀ ਸਮਝ ਆ ਜਾਂਦੀ ਹੈ ਕਿ ਸੰਸਾਰ ਦੇ ਉੱਤੇ ਜ਼ਿੰਦਗੀ ਜਿਉਂਦਿਆਂ ਹੋਇਆਂ ਜੇਕਰ ਸਾਡਾ ਪਿਆਰ ਪਰਮੇਸ਼ਵਰ ਦੇ ਨਾਲ ਨਹੀਂ ਤੇ ਅਸੀਂ ਭਾਵੇਂ ਸੰਸਾਰ ਦੀ ਕੋਈ ਵੀ ਵਸਤੂ ਪ੍ਰਾਪਤ ਕਰ ਲਈਏ, ਉਸ ਦੇ ਵਿੱਚ ਸਾਨੂੰ ਆਨੰਦ ਨਹੀਂ ਆ ਸਕਦਾ, ਨਾ ਹੀ ਆਤਮਿਕ ਸ਼ਾਂਤੀ ਦੀ ਪ੍ਰਾਪਤੀ ਹੋ ਸਕਦੀ ਹੈ। ਇਸ ਲਈ ਜੋ ਮਨੁੱਖ ਨੇ ਅੱਜ ਲਗ ਸੰਸਾਰ ਦੇ ਵਿੱਚ ਰਹਿ ਕੇ ਧਨ ਦੌਲਤ ਜ਼ਮੀਨ ਜਾਇਦਾਦ ਬਣਾਇਆ, ਜੇ ਇਕੱਠਾ ਕੀਤਾ ਹੈ, ਮਹਾਰਾਜ ਜੀ ਕਹਿੰਦੇ ਨੇ ਇਹ ਜਿਹੜੀ ਜ਼ਮੀਨ ਧਨ ਦੌਲਤ ਹੈ, ਜੋ ਤੇਰੇ ਕੋਲ ਵਪਾਰ ਹੈ, ਇਸ ਦਾ ਫਾਇਦਾ ਤਾਂ ਹੈ ਜੇ ਤੂੰ ਪਰਮੇਸ਼ਵਰ ਨੂੰ ਹਾਜ਼ਰ ਨਾਜ਼ਰ ਜਾਣ ਕੇ ਉਸ ਦੀ ਆਰਾਧਨਾ ਕਰਦਾ ਹੈ ਤੇ ਜੋ ਕੁਝ ਤੂੰ ਅੱਜ ਲਗ ਬਣਾਇਆ ਉਹਦੀ ਵਰਤੋਂ ਤੂੰ ਪਰਮਾਤਮਾ ਦੇ ਹੁਕਮ ਦੇ ਅਨੁਸਾਰ ਕਰਦਾ ਹੈ, ਫਿਰ ਤਾਂ ਤੇਰੇ ਲਈ ਇਹ ਚੀਜ਼ਾਂ ਜਿਹੜੀਆਂ ਨੇ ਸਵਰਗ ਨੂੰ ਪ੍ਰਾਪਤ ਕਰਨ ਵਾਲੀਆਂ ਨੇ, ਭਾਵ ਤੇਰੇ ਲਈ ਬੜੇ ਫਾਇਦੇਮੰਦ ਨੇ। ਜੇ ਤੂੰ ਇਹਨਾਂ ਚੀਜ਼ਾਂ ਨੂੰ ਪ੍ਰਾਪਤ ਕਰਕੇ ਤੇ ਪਰਮੇਸ਼ਵਰ ਦਾ ਆਰਾਧਨਾ ਨਹੀਂ ਕਰਦਾ, ਪਰਮੇਸ਼ਵਰ ਦਾ ਸ਼ੁਕਰਾਨਾ ਨਹੀਂ ਕਰਦਾ, ਫਿਰ ਇਹ ਤੇਰੇ ਲਈ ਇਹ ਵਸਤੂਆਂ ਹੀ ਤੇਰੀ ਮੌਤ ਦਾ ਅਸਲ ਕਾਰਨ ਬਣਨਗੀਆਂ। ਭਾਗਾਂ ਵਾਲਿਓ, ਵਿਸ਼ੇ ਦੀ ਆਰੰਭਤਾ ਤੋਂ ਪਹਿਲਾਂ ਆਓ ਰਾਹ ਵਾਲੇ ਬੰਦ ਨੂੰ ਸਰਵਣ ਕਰੀਏ। ਮਹਾਰਾਜ ਜੀ ਫਰਮਾਉਂਦੇ ਹਨ, ਅਬ ਹਮ ਚਲੀ ਠਾਕੁਰ ਪੇ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ। ਰਹਾਓ। ਇਹ ਵਾਹਿਗੁਰੂ ਜੀ, ਮੈਂ ਹੋਰ ਸਾਰੇ ਆਸਰੇ ਛੱਡ ਕੇ ਅਬ ਹਮ ਚਲੀ ਠਾਕੁਰ ਪੇ ਹਾਰ, ਮੈਂ ਹੋਰ ਸਾਰੇ ਦੁਨੀਆ ਦੇ ਆਸਰਿਆਂ ਨੂੰ ਛੱਡ ਕੇ ਮੈਂ ਤੇਰੇ ਦਰ 'ਤੇ ਆਇਆ ਹਾਂ। ਜੀਵ ਇਸਤਰੀ ਕਹਿੰਦੀ ਹੈ ਮੈਂ ਤੇਰੇ ਦਰ 'ਤੇ ਆਈ ਹਾਂ। ਆਪਾਂ ਸਾਰੀਆਂ ਹੀ ਜੀਵ ਇਸਤਰੀਆਂ ਸਾਡਾ ਖਸਮ ਹੈ ਪਰਮੇਸ਼ਵਰ, ਇਹ ਗੱਲ ਅਸੀਂ ਹਮੇਸ਼ਾ ਯਾਦ ਰੱਖਣੀ ਹੈ। ਬੇਸ਼ੱਕ ਅਸੀਂ ਇੱਥੇ ਪੁਰਸ਼ ਨੇ ਇਸਤਰੀ ਨੇ, ਪਰ ਹੈ ਅਸੀਂ ਸਾਰੀਆਂ ਜੀਵ ਇਸਤਰੀਆਂ, ਅਸੀਂ ਉਸ ਖਸਮ ਦੀਆਂ ਇਸਤਰੀਆਂ ਨੇ। ਉਹ ਸਾਡਾ ਪਾਲਣਹਾਰ ਹੈ, ਉਹ ਸਾਡਾ ਰੱਖਣਹਾਰ ਹੈ, ਉਹ ਸਾਨੂੰ ਭੋਜਨ ਦੇਣ ਵਾਲਾ ਹੈ, ਉਹ ਸਾਨੂੰ ਵੱਡੀਆਂ ਵੱਡੀਆਂ ਮੁਸ਼ਕਲਾਂ ਤੋਂ ਬਚਾਉਣ ਵਾਲਾ ਹੈ। ਇਹ ਵਾਹਿਗੁਰੂ, ਮੈਂ ਦੁਨੀਆ ਦੇ ਹਰ ਕੋਨੇ ਵਿੱਚ ਗਿਆ ਹਾਂ, ਹਰ ਥਾਂ ਮੈਂ ਆਪ ਜੀ ਨੂੰ ਲੱਭਦਾ ਫਿਰਦਾ ਰਿਹਾ। ਮੈਂ ਮੰਦਿਰਾਂ ਵਿੱਚ ਵੀ ਗਿਆ, ਮਸਜਿਦਾਂ ਵਿੱਚ ਵੀ ਗਿਆ, ਪੀਰ ਪੈਗੰਬਰਾਂ ਕੋਲ ਗਿਆ, ਪਰ ਮਹਾਰਾਜ ਤੇਰੇ ਦਰ ਤੋਂ ਬਿਨਾਂ ਮੈਨੂੰ ਹੋਰ ਕਿਸੇ ਥਾਂ 'ਤੇ ਸ਼ਾਂਤੀ ਨਹੀਂ ਮਿਲੀ, ਆਤਮਿਕ ਆਨੰਦ ਦੀ ਪ੍ਰਾਪਤੀ ਨਹੀਂ ਹੋਈ। ਪਰ ਜਿਸ ਦਿਨ ਦਾ ਮੈਂ ਤੇਰੇ ਦਰ 'ਤੇ ਆਇਆ ਹਾਂ, ਤੇਰੇ ਸਥਾਨ 'ਤੇ ਆਇਆ ਹਾਂ, ਤੇਰੇ ਦਰ 'ਤੇ ਆ ਕੇ ਤੇਰੇ ਪੈਰਾਂ ਨੂੰ, ਤੇਰੇ ਚਰਨ ਕਮਲਾਂ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਹੈ, ਉਦੋਂ ਤੋਂ ਮੇਰੀ ਜ਼ਿੰਦਗੀ ਵਿੱਚ ਨਿਖਾਰ ਆ ਗਿਆ, ਮੇਰੀ ਜ਼ਿੰਦਗੀ ਬਦਲ ਗਈ ਹੈ। ਅਬ ਹਮ ਚਲੀ ਠਾਕੁਰ ਪੇ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ। ਇਹ ਵਾਹਿਗੁਰੂ, ਹੁਣ ਤਾਂ ਮੈਂ ਤੇਰੀ ਸ਼ਰਨ ਵਿੱਚ ਆ ਗਿਆ ਹਾਂ, ਹੁਣ ਮੈਨੂੰ ਮੇਰੇ ਮਨ ਦੇ ਵਿੱਚ ਕੋਈ ਭੁਲੇਖਾ ਨਹੀਂ ਰਿਹਾ, ਨਾ ਹੀ ਮੈਨੂੰ ਮੌਤ ਦਾ ਡਰ ਹੈ। ਹੁਣ ਭਾਵੇਂ ਤੂੰ ਮੈਨੂੰ ਦੁੱਖ ਵਿੱਚ ਰੱਖ, ਭਾਵੇਂ ਸੁੱਖ ਵਿੱਚ ਰੱਖ, ਕਿਉਂਕਿ ਤੂੰ ਮੈਨੂੰ ਦੁੱਖ ਵਿੱਚ ਵੀ ਜੀਣਾ ਸਿਖਾ ਦਿੱਤਾ ਹੈ ਅਤੇ ਸੁੱਖ ਦੇ ਵਿੱਚ ਵੀ ਤੂੰ ਮੈਨੂੰ ਜੀਣਾ ਸਿਖਾ ਦਿੱਤਾ ਹੈ, ਅਤੇ ਇਸ ਲਈ ਮੈਂ ਆਪ ਜੀ ਦਾ ਬਹੁਤ ਧੰਨਵਾਦੀ ਹਾਂ। ਭਾਗਾਂ ਵਾਲੇ, ਮੈਂ ਇੱਥੇ ਇੱਕ ਹੋਰ ਵਿਚਾਰ ਤੁਹਾਡੇ ਨਾਲ ਸਾਂਝੀ ਕਰਾਂ। ਖੁਦ ਗੁਰੂ ਸਾਹਿਬ ਜੀ, ਜਦੋਂ ਅਸੀਂ ਸ੍ਰੀ ਰਾਗ ਦੀ ਬਾਣੀ ਪੜ੍ਹਦੇ ਹਾਂ, ਉਸ ਸਮੇਂ ਗੁਰੂ ਪਾਤਸ਼ਾਹ ਜੀ ਵੀ ਆਪ ਵੀ ਸਾਨੂੰ ਇਹ ਗੱਲ ਸਮਝਾਉਂਦੇ ਨੇ। ਖੁਦ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਚਾਰੇ ਕੁੰਡਾਂ ਪਾਲ ਕੇ ਆਏ ਪਿਆ ਸਰਨਾਏ,
ਨਾਨਕ ਸੱਚੇ ਪਾਤਸ਼ਾਹ ਡੁੱਬਦਾ ਲਿਆ ਕੜਾ ਏ। ਕਹਿੰਦੇ ਮੈਂ ਚਾਰੇ ਦਿਸ਼ਾਵਾਂ ਭਟਕ ਕੇ ਹਾਰ ਕੇ ਮਹਾਰਾਜ ਅਖੀਰ ਦੇ ਵਿੱਚ ਮੈਂ ਆਪ ਜੀ ਦੇ ਦਰ ਤੇ ਆਇਆ ਹਾਂ। ਆਏ ਪਿਆ ਸਰਨਾਏ। ਨਾਨਕ ਆਖਦਾ ਸੱਚੇ ਪਾਤਸ਼ਾਹ ਡੁੱਬਦਾ ਲਿਆ ਕੜਾਏ। ਮਹਾਰਾਜ ਜੀ ਆਪ ਜੀ ਨੇ ਮੈਨੂੰ ਮਿਹਰ ਕੀਤੀ ਹੈ ਮੇਰੇ ਉੱਤੇ, ਜੋ ਵਿਕਾਰਾਂ ਦੀ ਅੱਗ ਦੇ ਵਿੱਚ ਮੈਂ ਸੜਦਾ ਜਾ ਰਿਹਾ ਸੀ, ਆਪ ਜੀ ਨੇ ਹੱਥ ਦੇ ਕੇ ਮੇਰੀ ਰੱਖਿਆ ਕੀਤੀ ਹੈ ਤੇ ਮੈਨੂੰ ਇਹਨੇ ਵਿਕਾਰਾਂ ਵਿੱਚੋਂ ਕੱਢ ਲਿਆ। ਡੁੱਬਦਾ ਲਿਆ ਕੜਾਏ, ਜਿਵੇਂ ਕੋਈ ਡੁੱਬਦਾ ਜਹਾਜ਼ ਹੋਵੇ। ਗੁਰੂ ਪਾਤਸ਼ਾਹ ਜੀ ਨੇ ਮੋਢਾ ਦੇ ਕੇ ਉਸ ਜਹਾਜ਼ ਦੀ ਰੱਖਿਆ ਕੀਤੀ ਸੀ। ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ, ਆਪਾਂ ਸਾਰੇ ਜਾਣਕਾਰ ਹਾਂ ਇਤਿਹਾਸ ਤੋਂ। ਇਸੇ ਤਰ੍ਹਾਂ ਮਹਾਰਾਜ ਜਦੋਂ ਕੋਈ ਮਨੁੱਖ ਆਪਣਾ ਸਭ ਕੁਝ ਤਿਆਗ ਕੇ ਪ੍ਰਭੂ ਦੇ ਉੱਤੇ ਛੱਡ ਦਿੰਦਾ ਹੈ ਨਾ, ਤੇ ਪ੍ਰਭੂ ਫਿਰ ਆਪ ਉਹਦੀ ਬਾਂਹ ਫੜਦੇ ਨੇ। ਫਿਰ ਉਹ ਗੱਲ ਆ ਜਾਂਦੀ ਵੀ ਭਿਖਾਰੀ ਤੇ ਰਾਜ ਕਰਾਵੇ ਰਾਜਾ ਤੇ ਭਿਖਾਰੀ। ਉਸ ਮਾਲਕ ਦੇ ਕੋਤਕਾਂ ਦਾ ਕੁਝ ਨਹੀਂ ਪਤਾ ਭਾਗਾਂ ਵਾਲਿਓ, ਕਦੋਂ ਉਹਨੇ ਰਾਜੇ ਤੋਂ ਭਿਖਾਰੀ ਬਣਾ ਦੇਣਾ ਤੇ ਭਿਖਾਰੀ ਤੋਂ ਰਾਜ ਕਰਾ ਦੇਣਾ ਹੈ। ਕਦੋਂ ਉਹਨੇ ਬੁੱਧਹੀਨ ਤੋਂ, ਜਿਸ ਨੂੰ ਅਸੀਂ ਨਲਾਇਕ ਕਹਿੰਦੇ ਹਾਂ, ਜਿਸ ਨੂੰ ਅਸੀਂ ਕਹਿੰਦੇ ਹਾਂ ਵੀ ਇਹਨੂੰ ਅਕਲ ਨਹੀਂ, ਇਹਨੂੰ ਸਮਝ ਨਹੀਂ, ਕਿਆ ਪਤਾ ਉਹਨੇ ਗੀਤਾ ਦੇ ਅਰਥ ਉਹਦੇ ਕੋਲ ਕਰਾ ਦੇਣਾ ਹੋ। ਕਿਆ ਪਤਾ ਉਹਨੇ ਵੱਡੇ ਵੱਡੇ ਧਾਰਮਿਕ ਗ੍ਰੰਥ ਉਹਦੇ ਕੋਲ ਮੂੰਹ ਜਵਾਨੀ ਕੰਠ ਯਾਦ ਕਰਾ ਦੇਣਾ ਹੋ। ਕਿਆ ਪਤਾ ਉਹਨੇ ਮਹਾਰਾਜ ਨੇ ਕਿਹੜੀ ਬਖਸ਼ਿਸ਼ ਉਹਦੇ ਉੱਤੇ ਕਰ ਦੇਣੀ ਹੈ। ਤੇ ਇਸ ਕਰਕੇ ਕਦੇ ਕਿਸੇ ਦਾ ਮਜ਼ਾਕ ਨਾ ਉਡਾਓ, ਕਿਸੇ ਨੂੰ ਨਿਰਾਦਰ ਨਾ ਕਰੋ, ਕਿਸੇ ਦੇ ਨਾਲ ਭੇਦਭਾਵ ਨਾ ਕਰੋ, ਕਿਉਂਕਿ ਤੁਹਾਡੀਆਂ ਸਾਰੀਆਂ ਸਿਆਣਪਾਂ, ਤੁਹਾਡੀ ਸਾਰੀਆਂ ਚਲਾਕੀਆਂ, ਤੁਹਾਡਾ ਸਾਰਾ ਕੁਝ ਇੱਥੇ ਹੀ ਰਹਿ ਜਾਣਾ ਹੈ। ਆਓ ਸਰਵਣ ਕਰੋ ਗੁਰੂ ਪਾਤਸ਼ਾਹ ਜੀ ਕੀ ਕਹਿ ਰਹੇ ਨੇ। ਮਹਾਰਾਜ ਜੀ ਕਹਿੰਦੇ ਨੇ ਅਬ ਹਮ ਚਲੀ ਠਾਕੁਰ ਪੇ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ। ਕਹਿੰਦੇ ਲੋਕਨ ਕੀ ਚਤੁਰਾਈ ਉਪਮਾ। ਕਹਿੰਦੇ ਜਿਹੜੇ ਲੋਕ ਹਮੇਸ਼ਾ ਇਸ ਗੱਲ ਦੀ ਭੁੱਖ ਵਿੱਚ ਰਹਿੰਦੇ ਨੇ ਕੋਈ ਸਾਡੀ ਵਡਿਆਈ ਕਰੇ, ਹੋਰ ਤਾਂ ਹੋਰ ਲੋਕਾਂ ਦੀ ਜਿਹੜੀ ਚਤੁਰਾਈ ਸੀ, ਸਿਆਣਪ ਸੀ, ਜਿਹੜੀ ਹਰ ਵੇਲੇ ਮੈਨੂੰ ਕਮਜ਼ੋਰ ਕਰਦੀ ਸੀ, ਜਿਹੜਾ ਮੇਰਾ ਨੁਕਸਾਨ ਕਰਦੀ ਸੀ, ਜਿਨ੍ਹਾਂ ਦੇ ਮਨ ਦੇ ਵਿੱਚ ਇਹੀ ਫੁਰਨੇ ਹਮੇਸ਼ਾ ਉੱਡਦੇ ਰਹਿੰਦੇ ਸੀ, ਕਿਸ ਤਰ੍ਹਾਂ ਮੈਂ ਇਹਨਾਂ ਦਾ ਨੁਕਸਾਨ ਕਰਾਂ, ਕਿਸ ਤਰ੍ਹਾਂ ਮੈਂ ਇਹਨਾਂ ਨੂੰ ਨੀਵਾਂ ਕਰਾਂ, ਕਿਸ ਤਰ੍ਹਾਂ ਮੈਂ ਇਸ ਨੂੰ ਸਮਾਜ ਦੇ ਵਿੱਚ ਬੇਇੱਜ਼ਤ ਕਰਾਂ। ਕਹਿੰਦੇ ਲੋਕਨ ਕੀ ਚਤੁਰਾਈ ਉਪਮਾ। ਕਹਿੰਦੇ ਹੁਣ ਮੈਨੂੰ ਪਰਵਾਹ ਕੋਈ ਨਹੀਂ, ਮੈਂ ਲੋਕਾਂ ਦੀ ਚਤੁਰਾਈ ਉਪਮਾ ਨੂੰ ਇੱਕ ਕੱਪੜੇ ਵਿੱਚ ਬੰਨ੍ਹ ਕੇ ਤੇ ਬੇਸੰਤਰ ਕਹਿੰਦੇ ਨੇ ਅੱਗ ਵਿੱਚ ਸਾੜ ਦਿੱਤਾ ਮੈਂ ਇਹਨਾਂ ਨੂੰ। ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹਟਾਏ। ਭਾਈ ਹੁਣ ਕੋਈ ਮੈਨੂੰ ਭਲਾ ਕਵੇ ਜਾਂ ਕੋਈ ਮੇਰੀ ਨਿੰਦਿਆ ਕਰੇ, ਮੈਨੂੰ ਬੁਰਾ ਕਵੇ, ਮੈਨੂੰ ਇਸ ਦਾ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਮੇਰੀ ਜਿਹੜੀ ਲਿਵ ਹੈ, ਮੇਰੀ ਜਿਹੜੀ ਜੋਤ ਹੈ, ਉਹ ਪਰਮੇਸ਼ਵਰ ਦੇ ਨਾਲ ਅਟੈਚ ਹੋ ਗਈ ਹੈ। ਤੇ ਹੁਣ ਮੈਨੂੰ ਮਾਲਕ ਦੇ ਪਿਆਰ ਦੀ ਲੋੜ ਹੈ, ਮੈਨੂੰ ਮਾਲਕ ਚਾਹੀਦਾ ਹੈ, ਮੈਨੂੰ ਨਾਮ ਸਿਮਰਨ ਚਾਹੀਦਾ ਹੈ, ਮੈਨੂੰ ਲੋਕਾਂ ਦੀ ਵਡਿਆਈ ਦੀ ਕੋਈ ਮੁੱਲ ਨਹੀਂ। ਹੁਣ ਜੇ ਲੋਕ ਮੈਨੂੰ ਚੰਗਾ ਵੀ ਕਹਿਣ ਜਾਂ ਲੋਕ ਮੈਨੂੰ ਵਡਿਆਈ ਦੇਣ, ਲੋਕ ਮੈਨੂੰ ਰਾਜ ਭਾਗ ਵੀ ਦੇਣ, ਤਾਂ ਵੀ ਮੈਨੂੰ ਉਹ ਨਹੀਂ ਚਾਹੀਦਾ। ਮੈਨੂੰ ਸਿਰਫ ਮਾਲਕ ਦਾ ਪਿਆਰ ਚਾਹੀਦਾ, ਮਾਲਕ ਦੀ ਸ਼ਰਨ ਚਾਹੀਦੀ ਹੈ। ਲੋਕਨ ਕੀ ਚਤੁਰਾਈ ਉਪਮਾ ਤੇ ਬੇਸੰਤਰ ਜਾਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਢਾਰ। ਕਹਿੰਦੇ ਜੋ ਆਵਤ ਸ਼ਰਨ ਠਾਕੁਰ ਪ੍ਰਭ ਤੁਮਰੀ, ਤਿਸ ਰਾਖੋ ਕਿਰਪਾ ਤਾਰ ਹੈ ਭਾਈ। ਇਹ ਵਾਹਿਗੁਰੂ ਸੱਚੇ ਪਾਤਸ਼ਾਹ, ਜੇ ਤੇਰੀ ਸ਼ਰਨ ਵਿੱਚ ਮੈਂ ਆ ਗਿਆ ਹਾਂ, ਜੋ ਸ਼ਰਨ ਆਵਤ ਠਾਕੁਰ ਪ੍ਰਭ ਤੁਮਰੀ, ਮਹਾਰਾਜ ਤੇਰੀ ਸ਼ਰਨ ਵਿੱਚ ਮੈਂ ਆ ਹੀ ਗਿਆ ਹਾਂ, ਤਿਸ ਰਾਖੋ ਕਿਰਪਾ ਤਾਰ। ਤੇ ਮੈਨੂੰ ਹੁਣ ਆਪਣੀ ਕਿਰਪਾ ਬਣਾ ਕੇ ਰੱਖੀ ਮਹਾਰਾਜ, ਆਪਣਾ ਹੱਥ ਨਾ ਮੇਰੇ ਸਿਰ ਤੋਂ ਹੁਣ ਚੁੱਕੀ। ਮੇਰੇ ਹੁਣ ਜੀਵਨ ਜਨਮ ਮਰਨ ਤੇਰੇ ਹੱਥ ਵਿੱਚ ਹੈ, ਮੈਨੂੰ ਨਹੀਂ ਸਵਰਗ ਨਰਕ ਦੀ ਲੋੜ, ਮੈਂ ਨਹੀਂ ਇਹਨਾਂ ਸਵਰਗ ਨਰਕਾਂ ਚੱਕਰਾਂ ਦੇ ਵਿੱਚ ਪੈਂਦਾ। ਮੈਨੂੰ ਤਾਂ ਸਿਰਫ ਮਹਾਰਾਜ ਤੇਰੇ ਚਰਨਾਂ ਵਿੱਚ ਤਾਂ ਚਾਹੀਦੀ ਹੈ, ਤੇਰਾ ਪਿਆਰ ਚਾਹੀਦਾ ਹੈ। ਜਿਸ ਕੋਲ ਜਿਸਦੇ ਚਰਨ ਹਿਰਦੇ ਕਮਲਾਂ ਵਿੱਚ, ਜਿਸਦੇ ਹਿਰਦੇ ਵਿੱਚ ਆਪ ਜੀ ਦੇ ਚਰਨ ਕਮਲ ਹੋਣਗੇ, ਉਹ ਧਨਵੰਤ ਹੈ, ਉਸ ਨੂੰ ਕਿਸੇ ਧਨ ਦੀ ਲੋੜ ਨਹੀਂ। ਇਸ ਲਈ ਮਹਾਰਾਜ ਜੀ ਮੈਂ ਆਪਣਾ ਤਨ ਮਨ ਧਨ ਸਭ ਤੁਹਾਨੂੰ ਸੌਂਪ ਰਿਹਾ ਹਾਂ। ਹੁਣ ਤੁਸੀਂ ਮੇਰੇ ਜੀਵਨ ਦੇ ਚਾਲਕ ਹੋ, ਕਿਉਂਕਿ ਮੈਨੂੰ ਇਸ ਗੱਲ ਦਾ ਅੰਦਾਜ਼ਾ ਹੋ ਗਿਆ ਕਿ ਸਾਰੀ ਸ੍ਰਿਸ਼ਟੀ ਨੂੰ ਪਾਲਣ ਵਾਲਾ ਜਦ ਆਪ ਤੁਸੀਂ ਹੋ, ਸਭ ਨੂੰ ਮੱਤ ਦੇਣ ਵਾਲੇ ਆਪ ਹੋ। ਕਿਸੇ ਨੂੰ ਘੱਟ ਹੈ, ਕਿਸੇ ਨੂੰ ਵੱਧ ਮੱਤ ਦਿੱਤੀ ਹੈ, ਉਹ ਆਪ ਜੀ ਦੇ ਹੁਕਮ ਵਿੱਚ ਨੇ। ਸਾਰੇ ਤੁਹਾਡੇ ਹੁਕਮ ਵਿੱਚ ਚੱਲ ਰਹੇ। ਪੱਤਾ ਪਾਣੀ, ਜ਼ਮੀਨ ਆਸਮਾਨ, ਪਸ਼ੂ ਪੰਛੀ, ਮਨੁੱਖ, ਹੋਰ ਸਭ ਚੀਜ਼, ਕਿੰਨੇ ਧਰਤੀ ਨੇ, ਕਿੰਨੇ ਪਤਾਲ ਨੇ, ਕਿੰਨੇ ਆਕਾਸ਼ ਨੇ,
ਕਿੰਨੇ ਸੂਰਜ ਨੇ, ਕਿੰਨੇ ਚੰਦਰਮਾ ਨੇ, ਕਿੰਨੇ ਸੰਸਾਰ ਦੇ ਉੱਤੇ ਦੇਸ਼ ਨੇ, ਕਿੰਨੇ ਟਾਪੂ ਨੇ, ਕੀ ਕੁਝ ਨਹੀਂ ਹੈ ਸੰਸਾਰ ਦੇ ਉੱਤੇ। ਇਹਨਾਂ ਸਭ ਨੂੰ ਕੌਣ ਚਲਾ ਰਿਹਾ? ਅਸਮਾਨ ਕਿਸ ਨੇ ਬਣਾਇਆ? ਸੂਰਜ ਚੰਦਰਮਾ ਕਿਸ ਨੇ ਬਣਾਏ? ਤਾਰੇ ਕਿਹਨੇ ਬਣਾਏ? ਇਹ ਸਭ ਆਪ ਜੀ ਦੀ ਦੇਣ ਹੈ ਮਹਾਰਾਜ ਜੀਓ। ਤੇ ਆਪ ਜੀ ਦੇ ਕਿੰਤੂ ਪਰੰਤੂ ਅਸੀਂ ਕਰੀਏ, ਇਹ ਸਾਡੇ ਮੁਰਖ ਹੋਣ ਦੀ ਨਿਸ਼ਾਨੀ ਹੈ। ਇਸ ਲਈ ਮਹਾਰਾਜ ਜੀ, ਜੋ ਆਵਤ ਸ਼ਰਨ ਠਾਕੁਰ ਪ੍ਰਭ ਤੁਮਰੀ, ਤਿਸ ਰਾਖੋ ਕਿਰਪਾ ਧਾਰ, ਜਨ ਨਾਨਕ ਸ਼ਰਨ ਤੁਮਾਰੀ ਹਰਿ ਜਿਉ, ਰਾਖੋ ਲਾਜ। ਨਾ ਆਪਣੇ ਦਾਸ ਦੀ ਲਾਜ ਬਣਾ ਕੇ ਰੱਖਿਆ ਮਹਾਰਾਜ ਜੀ। ਸੱਚੇ ਪਾਤਸ਼ਾਹ ਜੀਓ ਰਹਿਮਤ ਕਰਿਓ ਪਾਤਸ਼ਾਹ ਜੀਓ। ਸਮੂਹ ਸਾਧ ਸੰਗਤ ਜੋ ਕਿ ਨਿਤਾ ਪ੍ਰਤੀ ਆਪ ਜੀ ਦੀ ਬਾਣੀ ਨੂੰ ਸੁਣਦੇ ਨੇ, ਸਰਵਣ ਕਰਦੇ ਨੇ, ਸਭਨਾਂ ਉੱਤੇ ਆਪਣਾ ਹੱਥ, ਆਪਣਾ ਆਸ਼ੀਰਵਾਦ ਬਣਾ ਕੇ ਰੱਖਣਾ ਮਹਾਰਾਜ ਜੀਓ। ਦਾਸ ਪਾਸੋਂ ਇਸ ਸ਼ਬਦ ਦੀ ਵਿਆਖਿਆ ਕਰਦੇ ਹੋਏ ਬੇਅੰਤ ਪ੍ਰਕਾਰ ਦੀ ਭੁੱਲਾਂ ਹੋ ਗਈਆਂ ਹੋਣਗੀਆਂ। ਆਪ ਸਮੂਹ ਸਾਧ ਸੰਗਤ ਬਖਸ਼ਣਯੋਗ ਹੈ, ਬਖਸ਼ ਲੈਣਾ। ਸੋ ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।